ਮੇਰੀਆਂ 3 ਪਤਨੀਆਂ ਸਨ ਤੇ ਤਿੰਨੋਂ ਹੀ ਬਾਂਝ ਸਨ। ਮੈਂ ਬਹੁਤ ਅਮੀਰ ਆਦਮੀ ਸੀ ਤੇ ਮੇਰੀ ਉਮਰ 48 ਸਾਲ ਹੋ ਗਈ ਸੀ। ਮੈਨੂੰ ਮੇਰੇ ਵਾਰਿਸ ਦੀ ਬਹੁਤ ਇੱਛਾ ਸੀ। ਇੱਕ ਦਿਨ ਮੇਰਾ ਦੋਸਤ ਮੈਨੂੰ ਕੋਠੇ 'ਤੇ ਲੈ ਗਿਆ। ਉਹ ਕਹਿਣ ਲੱਗਿਆ ਕਿ ਇੱਥੇ ਇੱਕ ਕੁੜੀ ਪੈਸੇ ਲੈ ਕੇ ਬੱਚਾ ਪੈਦਾ ਕਰ ਦਿੰਦੀ ਹੈ। ਮੈਂ ਰਾਜ਼ੀ ਹੋ ਗਿਆ। ਜਦ ਮੈਂ ਉਸ ਕੁੜੀ ਕੋਲ ਗਿਆ ਤਾਂ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ, ਕਿਉਂਕਿ ਉਹ ਕੁੜੀ ਤਾਂ ਮੈਂ ਬਹੁਤ ਅਮੀਰ ਆਦਮੀ ਸੀ। ਮੈਂ 3 ਨਿਗਾਹ ਕਰਵਾ ਲਏ, ਪਰ ਮੈਨੂੰ ਵਾਰਿਸ ਕਿਸੇ ਤੋਂ ਨਾ ਹੋਇਆ। ਫਿਰ ਮੇਰੇ ਇੱਕ ਦੋਸਤ ਨੇ ਕਿਹਾ ਕਿ ਇੱਕ ਤਬਾਇਕ ਪੈਸੇ ਲੈ ਕੇ ਬੱਚਾ ਪੈਦਾ ਕਰ ਦਿੰਦੀ ਹੈ। ਮੈਂ ਆਪਣੇ ਦੋਸਤ ਦੇ ਨਾਲ ਉਸ ਜਗ੍ਹਾ ਗਿਆ। ਉੱਥੋਂ ਦੀਆਂ ਰਾਤਾਂ ਜਾਗਦੀਆਂ ਸਨ ਤੇ ਦਿਨ ਸੌਂਦੇ ਸਨ। ਹਰ ਪਾਸੇ ਗਾਣਿਆਂ ਦੀਆਂ ਆਵਾਜ਼ਾਂ, ਢੋਲਕ ਅਤੇ ਘੁੰਗਰੂਆਂ ਦੀਆਂ ਆਵਾਜ਼ਾਂ ਆ ਰਹੀਆਂ ਸਨ। ਮੈਂ ਆਪਣੇ ਦੋਸਤ ਦੇ ਨਾਲ ਬੜੀ ਤੇਜ਼ੀ ਦੇ ਨਾਲ ਕਦਮ ਚੁੱਕਦਾ ਜਾ ਰਿਹਾ ਸੀ। ਮੇਰਾ ਦਿਲ ਬਹੁਤ ਜ਼ੋਰ ਦੀ ਧੜਕ ਰਿਹਾ ਸੀ। ਮੈਂ ਅਮੀਰ ਆਦਮੀ ਸੀ, ਮੇਰੇ ਕੋਲ ਦੌਲਤ ਦੀ ਕੋਈ ਕਮੀ ਨਹੀਂ ਸੀ, ਪਰ ਇਹ ਵੀ ਸੱਚ ਸੀ ਕਿ ਮੈਂ ਅਯਾਸ਼ ਪ੍ਰਸਤ ਬਿਲਕੁਲ ਵੀ ਨਹੀਂ ਸੀ। ਬਾਜ਼ਾਰੀ ਹੁਸਨ ਤੋਂ ਮੈਨੂੰ ਕੋਈ ਮਤਲਬ ਨਹੀਂ ਸੀ, ਸਗੋਂ ਮੈਂ ਤਾਂ ਸਿਰ ਨੀਵਾਂ ਕਰਕੇ ਹੀ ਚੱਲ ਰਿਹਾ ਸੀ ਕਿ ਕਿਤੇ ਮੈਨੂੰ ਕੋਈ ਪਹਿਚਾਣ ਨਾ ਲਵੇ, ਕਿਉਂਕਿ ਮੇਰੀ ਪਹਿਚਾਣ ਵੱਡੇ ਵੱਡੇ ਬਿਜ਼ਨਸਮੈਨਾਂ ਨਾਲ ਸੀ। ਮੈਨੂੰ ਤਾਂ ਆਪਣੀ ਇੱਜ਼ਤ ਦੇ ਲਾਲੇ ਪਏ ਸਨ। ਮੇਰੀ ਬਹੁਤ ਵੱਡੀ ਮਜਬੂਰੀ ਸੀ ਜਿਹੜੀ ਮੈਨੂੰ ਇੱਥੇ ਲੈ ਆਈ। ਕਾਫੀ ਪੁਰਾਣੀ ਇਮਾਰਤ ਸੀ, ਛੋਟੀਆਂ-ਛੋਟੀਆਂ ਗਲੀਆਂ ਸਨ। ਹਰੇਕ 2 ਮੰਜ਼ਲਾ ਇਮਾਰਤ ਤੋਂ ਨਾਚ ਗਾਣੇ ਦੀਆਂ ਆਵਾਜ਼ਾਂ ਗੂੰਜ ਰਹੀਆਂ ਸਨ। ਇਮਾਰਤਾਂ ਦੇ ਬਾਹਰ ਮੂੰਹ ਵਿੱਚ ਪਾਨ ਪਾਈ ਹੋਈ ਕੋਠੇ ਦੇ ਦਲਾਲ ਖੜੇ ਗ੍ਰਾਹਕਾਂ ਨੂੰ ਆਪਣੇ ਕੋਠੇ ਵਿੱਚ ਜਾਣ ਲਈ ਕਹਿ ਰਹੇ ਸਨ ਤੇ ਨਾਲ ਹੀ ਕਹਿ ਰਹੇ ਸਨ, ਸਾਹਿਬ ਸਾਡੇ ਕੋਠੇ ਨੂੰ ਇੱਜ਼ਤ ਬਖਸ਼ ਦਿਓ, ਤੁਹਾਡੀ ਤਬੀਅਤ ਹਰੀ ਹੋ ਜਾਵੇਗੀ। ਇਹ ਸਭ ਸੁਣ ਕੇ ਡਰ ਤੇ ਸ਼ਰਮ ਦੇ ਮਾਰੇ ਮੇਰਾ ਚਿਹਰਾ ਲਾਲ ਹੋ ਗਿਆ ਸੀ। ਮੈਂ ਕਦੇ ਇਹੋ ਜਿਹੀ ਗੱਲ ਨਹੀਂ ਸੁਣੀ ਸੀ ਤੇ ਨਾ ਹੀ ਕਦੇ ਬੋਲੀ ਸੀ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕਾਰੋਬਾਰੀ ਕੱਪੜੇ ਦਾ ਬਾਜ਼ਾਰ ਹੋਵੇ ਤੇ ਦੁਕਾਨਦਾਰ ਆਪਣੀ ਚੀਜ਼ਾਂ ਦੀ ਤਾਰੀਫ ਕਰਕੇ ਉਸ ਨੂੰ ਵੇਚ ਰਿਹਾ ਹੋਵੇ। ਕੀ ਔਰਤ ਇੰਨੀ ਸਸਤੀ ਹੈ? ਮਾਮੂਲੀ ਜਿਹੀ ਚੀਜ਼ ਹੈ। ਫਿਲਹਾਲ ਮੈਂ ਮਨ ਹੀ ਮਨ ਵਿੱਚ ਆਪਣੀ ਦੋਸਤ ਦੀ ਗੱਲ ਮੰਨ ਕੇ ਬਹੁਤ ਪਛਤਾ ਰਿਹਾ ਸੀ। ਮੈਨੂੰ ਇੱਥੇ ਆਉਣਾ ਹੀ ਨਹੀਂ ਚਾਹੀਦਾ ਸੀ। ਇਹ ਬਹੁਤ ਵੱਡੀ ਗਲਤੀ ਸੀ ਮੇਰੀ। ਮੇਰਾ ਦਿਲ ਕਰ ਰਿਹਾ ਸੀ ਕਿ ਮੈਂ ਇੱਥੋਂ ਵਾਪਸ ਚਲਿਆ ਜਾਵਾਂ। ਜਦ ਇੱਕ ਕੋਠੇ ਦੇ ਕੋਲ ਜਾ ਕੇ ਮੇਰੇ ਦੋਸਤ ਦੇ ਕਦਮ ਰੁਕ ਗਏ। ਇਸ ਤੋਂ ਪਹਿਲਾਂ ਕਿ ਮੈਂ ਉਸ ਨੂੰ ਮਨਾ ਕਰਦਾ, ਮੇਰਾ ਦੋਸਤ ਮੇਰਾ ਹੱਥ ਫੜ ਕੇ ਪੌੜੀਆਂ ਚੜ੍ਹਨ ਲੱਗਾ। ਪੌੜੀਆਂ ਦੀਆਂ ਕੰਧਾਂ 'ਤੇ ਪਾਨ ਦੇ ਦਾਗ ਲੱਗੇ ਹੋਏ ਸਨ। ਅਜੀਬ ਜਿਹੀ ਬਦਬੂ ਫੈਲੀ ਹੋਈ ਸੀ। ਜਦੋਂ ਅਸੀਂ ਉੱਪਰ ਗਏ ਤਾਂ ਉੱਥੇ ਵੀ ਮੈਨੂੰ ਅਜੀਬ ਜਿਹੀ ਬਦਬੂ ਦਾ ਅਹਿਸਾਸ ਹੋਇਆ। ਸਾਹਮਣੇ ਸਫੇਦ ਚਾਂਦਨੀ ਤੇ ਲਾਲ ਰੰਗ ਦੇ ਤਕੀਏ 'ਤੇ ਟੇਕ ਲਗਾਏ ਸ਼ੌਕੀਨ ਉਸ ਲੜਕੀ ਦਾ ਡਾਂਸ ਦੇਖ ਰਹੇ ਸਨ। ਉਸ ਲੜਕੀ ਦੇ ਪੈਰਾਂ ਵਿੱਚ ਘੁੰਗਰੂ ਪਾਏ ਹੋਏ ਸਨ ਤੇ ਗੀਤ ਅਤੇ ਗਾਣਿਆਂ ਦੀ ਧੁਨ 'ਤੇ ਉਹ ਨੱਚ ਰਹੀ ਸੀ। ਸਾਹਮਣੇ ਇੱਕ ਕੋਨੇ ਵਿੱਚ ਹਾਰਮੋਨੀਅਮ ਅਤੇ ਢੋਲ ਵਾਲੇ ਬੈਠੇ ਸਨ, ਜਿਹੜੇ ਅਲੱਗ ਤੋਂ ਹੀ ਆਪਣਾ ਰਾਗ ਵਜਾ ਰਹੇ ਸਨ। ਇੱਕ ਪਾਸੇ ਇੱਕ ਤਖਤ 'ਤੇ ਇੱਕ ਅਧਖੜ ਉਮਰ ਦੀ ਔਰਤ ਮੂੰਹ ਵਿੱਚ ਪਾਨ ਪਾਈ ਉਸ ਲੜਕੀ ਦੇ ਨਾਚ ਨੂੰ ਦੇਖਦੇ ਹੋਏ ਪੈਰ ਹਿਲਾ ਰਹੀ ਸੀ। ਮੈਨੂੰ ਉੱਥੇ ਦਾ ਮਾਹੌਲ ਦੇਖ ਕੇ ਬਹੁਤ ਡਰ ਲੱਗ ਰਿਹਾ ਸੀ। ਮੈਂ ਆਪਣੀ ਦੋਸਤ ਨੂੰ ਕਿਹਾ ਕਿ ਇੱਥੋਂ ਚੱਲ, ਮੈਂ ਕੋਈ ਗੱਲ ਨਹੀਂ ਕਰਨੀ। ਤਾਂ ਉਹ ਕਹਿਣ ਲੱਗਿਆ ਕਿ ਮਰਦ ਬਣ, ਇੰਨਾ ਡਰ ਕਿਉਂ ਰਿਹਾ ਏ? ਇਹ ਕਹਿ ਕੇ ਉਹ ਮੈਨੂੰ ਤਖਤ 'ਤੇ ਬੈਠੀ ਔਰਤ ਦੇ ਕੋਲ ਲੈ ਗਿਆ। ਉਹ ਔਰਤ ਸ਼ਾਇਦ ਮੇਰੇ ਦੋਸਤ ਨੂੰ ਜਾਣਦੀ ਸੀ। ਮੈਨੂੰ ਦੇਖ ਕੇ ਉਹ ਅੱਖਾਂ ਦੇ ਇਸ਼ਾਰੇ ਨਾਲ ਮੇਰੇ ਦੋਸਤ ਨੂੰ ਪੁੱਛਣ ਲੱਗੀ ਕਿ ਇਹ ਕੌਣ ਹੈ। ਉਸਨੇ ਕਿਹਾ, ਮੇਰਾ ਦੋਸਤ ਹੈ, ਇਸ ਨੂੰ ਸਲੀਮਾ ਨਾਲ ਮਿਲਾ ਦਿਓ। ਮੇਰੇ ਦੋਸਤ ਨੂੰ ਵਾਰਿਸ ਚਾਹੀਦਾ ਹੈ। ਉਸਨੇ ਜਲਦੀ ਨਾਲ ਮੇਰੇ ਆਉਣ ਦੀ ਵਜ੍ਹਾ ਦੱਸ ਦਿੱਤੀ। ਉਸ ਔਰਤ ਨੇ ਪਹਿਲਾਂ ਤਾਂ ਗੁਲਦਾਨ ਵਿੱਚ ਪਾਨ ਥੁੱਕਿਆ ਤੇ ਫਿਰ ਮੇਰੇ ਵੱਲ ਦੇਖਣ ਲੱਗੀ। ਫਿਰ ਉਹ ਕਹਿਣ ਲੱਗੀ, ਬੈਠੋ ਮੀਆਂ, ਖੜੇ ਖੜੇ ਤਾਂ ਗੱਲ ਨਹੀਂ ਹੋਵੇਗੀ। ਮੈਂ ਉੱਥੇ ਰੁਕਣਾ ਨਹੀਂ ਚਾਹੁੰਦਾ ਸੀ, ਪਰ ਮੇਰੀ ਮਜਬੂਰੀ ਅਤੇ ਬੇਵਸੀ ਮੈਨੂੰ ਉੱਥੇ ਲੈ ਆਈ ਸੀ। ਮੈਂ ਤਖਤ ਦੇ ਇੱਕ ਕੋਨੇ 'ਤੇ ਜਾ ਕੇ ਬੈਠ ਗਿਆ। ਉਹ ਕਹਿਣ ਲੱਗੀ, ਦੇਖੋ ਸਾਹਿਬ, ਮੈਂ ਪੈਸੇ ਵਿੱਚ ਕਮੀ ਨਹੀਂ ਕਰਦੀ। ਪੂਰੇ 1 ਸਾਲ ਲੜਕੀ ਮੇਰੇ ਕੰਮ ਦੀ ਨਹੀਂ ਰਹਿੰਦੀ। ਤੇਰੇ ਬੱਚੇ ਨੂੰ ਆਪਣੇ ਪੇਟ ਵਿੱਚ ਪਾਲੇਗੀ ਤਾਂ ਜ਼ਾਹਰ ਜਿਹੀ ਗੱਲ ਹੈ ਕਿ ਉਹ ਮੈਨੂੰ ਕਮਾ ਕੇ ਤਾਂ ਨਹੀਂ ਦੇਵੇਗੀ। ਇਸ ਲਈ 2 ਲੱਖ ਲਵਾਂਗੀ। ਅੱਧੀ ਰਕਮ ਪਹਿਲਾਂ ਦੇਣੀ ਪਵੇਗੀ। ਮੇਰਾ ਦਿਲ ਅਜੇ ਵੀ ਅੰਦਰ ਤੋਂ ਬੇਚੈਨ ਸੀ। ਮੈਂ ਇੱਕ ਨਜ਼ਰ ਆਪਣੇ ਦੋਸਤ ਵੱਲ ਦੇਖਿਆ। ਉਹ ਮੈਨੂੰ ਤਸੱਲੀ ਦੇਣ ਲੱਗਿਆ। ਮੈਂ ਕਿਹਾ ਕਿ ਮੈਂ ਲੜਕੀ ਨੂੰ ਇੱਥੇ ਨਹੀਂ ਰੱਖਾਂਗਾ। ਉਸਨੇ ਕਿਹਾ 10 ਲੱਖ। ਮੈਂ ਜੇਬ ਵਿੱਚੋਂ ਆਪਣੀ ਚੈੱਕ ਬੁੱਕ ਕੱਢੀ ਅਤੇ 10 ਲੱਖ ਦਾ ਚੈੱਕ ਉਸ ਨੂੰ ਦੇ ਦਿੱਤਾ। ਇਹ ਦੇਖ ਕੇ ਉਸ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ। ਫਿਰ ਉਹ ਮੈਨੂੰ ਦੇਖ ਕੇ ਮੁਸਕਰਾਉਣ ਲੱਗੀ। ਫਿਰ ਉਸਨੇ ਇੱਕ ਲੜਕੀ ਨੂੰ ਬੁਲਾਇਆ, ਅਰੇ ਉਹ ਬੁਲਬੁਲ ਕਿੱਥੇ ਮਰ ਗਈ? ਉਸ ਦੀ ਇੱਕ ਹੱਕ 'ਤੇ ਉਹ ਲੜਕੀ ਉਸਦੇ ਸਾਹਮਣੇ ਆ ਕੇ ਖੜੀ ਹੋ ਗਈ। ਉਹ ਸਾਂਵਲੇ ਰੰਗ ਦੀ ਕੁੜੀ, ਨੈਣ ਨਕਸ਼ ਠੀਕ ਸਨ। ਉਹ ਔਰਤ ਉਸ ਨੂੰ ਕਹਿਣ ਲੱਗੀ ਕਿ ਸਲੀਮਾ ਦਾ ਗ੍ਰਾਹਕ ਆਇਆ ਹੈ।
ਉਸ ਨੂੰ ਕਹਿ ਤਿਆਰੀ ਕਰ ਲਵੇ। ਉਹ ਬੁਲਬੁਲ ਨਾਮ ਦੀ ਕੁੜੀ ਉਸ ਦੀ ਆਗਿਆ ਮੰਨਦੀ। ਇਸ ਤੋਂ ਪਹਿਲਾਂ ਹੀ ਮੈਂ ਉਸ ਨੂੰ ਕਿਹਾ ਕਿ ਮੈਂ ਲੜਕੀ ਦੇਖਣਾ ਚਾਹੁੰਦਾ ਹਾਂ। ਮੈਨੂੰ ਖੂਬਸੂਰਤ ਲੜਕੀ ਚਾਹੀਦੀ ਹੈ ਕਿਉਂਕਿ ਮੈਨੂੰ ਆਪਣਾ ਬੱਚਾ ਖੂਬਸੂਰਤ ਚਾਹੀਦਾ ਹੈ। ਮੇਰੀ ਗੱਲ ਸੁਣ ਕੇ ਔਰਤਾਂ ਠਹਾਕੇ ਮਾਰ ਕੇ ਹੱਸਣ ਲੱਗੀਆਂ। ਹਾਂਜੀ ਦੇਖ ਲਓ, ਜੇ ਹੋਸ਼ ਨਾ ਉੱਡ ਗਏ ਤਾਂ ਕਹਿਣਾ। ਜਾ ਬੁਲਬੁਲ ਸਾਹਿਬ ਨੂੰ ਸਲੀਮਾ ਦਾ ਦੀਦਾਰ ਕਰਾ ਦੇ। ਬੁਲਬੁਲ ਮੈਨੂੰ ਕਹਿਣ ਲੱਗੀ, ਆਈਏ ਸਾਹਿਬ। ਮੈਂ ਖੜਾ ਹੋ ਗਿਆ ਤੇ ਉਸ ਬੁਲਬੁਲ ਨਾਮ ਦੀ ਕੁੜੀ ਨਾਲ ਜਾਣ ਲੱਗਿਆ। ਫਿਰ ਉਹ ਲੜਕੀ ਇੱਕ ਕਮਰੇ ਦੇ ਬਾਹਰ ਮੈਨੂੰ ਛੱਡ ਕੇ ਚਲੇ ਗਈ। ਮੇਰਾ ਦਿਲ ਪਹਿਲੀ ਵਾਰ ਬਹੁਤ ਜ਼ੋਰ ਦੀ ਧੜਕ ਰਿਹਾ ਸੀ। ਮੈਨੂੰ ਮੇਰੇ ਵਾਰਿਸ ਦੀ ਚਾਹਤ ਨੇ ਇੱਥੇ ਲਿਆ ਕੇ ਖੜਾ ਕਰ ਦਿੱਤਾ ਸੀ। ਸ਼ਾਇਦ ਇਹ ਗੱਲ ਜਾਇਜ਼ ਨਜਾਇਜ਼ ਦੀ ਨਹੀਂ ਸੀ, ਪਰ ਮੈਂ ਮਜਬੂਰ ਸੀ ਉਸ ਰਾਸਤੇ 'ਤੇ ਚੱਲਣ ਲਈ ਕਿ ਉਹ ਲੜਕੀ ਮੇਰੇ ਬੱਚੇ ਨੂੰ ਆਪਣੀ ਕੋਖ ਤੋਂ ਜਨਮ ਦੇਵੇਗੀ। ਜਦ ਮੈਂ ਕਮਰੇ 'ਤੇ ਦਸਤਕ ਦਿੱਤੀ ਤਾਂ ਉਹ ਕਹਿਣ ਲੱਗੀ, ਕੌਣ ਹੈ? ਆ ਜਾਓ। ਮੈਂ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਇੱਕ ਕੁੜੀ ਘੁੰਡ ਕੱਢੀ ਸਜੀ ਸਵਰੀ ਬੈਠੀ ਸੀ। ਮੈਂ ਬੜੀ ਮੁਸ਼ਕਲ ਨਾਲ ਉਸ ਨੂੰ ਇੱਕ ਨਜ਼ਰ ਦੇਖਿਆ ਤੇ ਫਿਰ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਤੇ ਉਸ ਦੇ ਕੋਲ ਆ ਕੇ ਬੈਠ ਗਿਆ। ਮੈਂ ਅਜੇ ਤੱਕ ਉਸ ਦਾ ਚਿਹਰਾ ਨਹੀਂ ਦੇਖਿਆ ਸੀ ਕਿਉਂਕਿ ਉਹ ਘੁੰਡ ਕੱਢੀ ਬੈਠੀ ਸੀ। ਮੇਰੇ ਵਿੱਚ ਇੰਨੀ ਹਿੰਮਤ ਨਹੀਂ ਹੋਈ ਕਿ ਮੈਂ ਉਸ ਦਾ ਚਿਹਰਾ ਦੇਖ ਸਕਾਂ। ਸ਼ਾਇਦ ਮੇਰੀ ਜ਼ਮੀਰ ਇਹ ਇਜਾਜ਼ਤ ਨਹੀਂ ਦੇ ਰਹੀ ਸੀ। ਮੈਨੂੰ ਚੁੱਪ ਬੈਠੇ ਨੂੰ ਦੇਖ ਕੇ ਉਹ ਕਹਿਣ ਲੱਗੀ ਕਿ ਕੀ ਗੱਲ ਸਾਹਿਬ, ਪੂਰੀ ਰਾਤ ਕੀ ਇਸੇ ਤਰ੍ਹਾਂ ਹੀ ਬੈਠੇ ਰਹੋਗੇ? ਉਸ ਦੀ ਆਵਾਜ਼ ਨੇ ਮੈਨੂੰ ਹੈਰਾਨ ਕਰ ਦਿੱਤਾ ਸੀ। ਮੈਂ ਬੜੀ ਮੁਸ਼ਕਲ ਨਾਲ ਉਸ ਵੱਲ ਦੇਖਿਆ ਜਿਹੜੀ ਮੇਰੇ ਲਈ ਬਿਲਕੁਲ ਗੈਰ ਔਰਤ ਸੀ। ਮੈਂ ਉਸ ਦੀ ਕੀਮਤ ਦੇ ਚੁੱਕਾ ਸੀ। ਮੈਂ ਬੜੀ ਮੁਸ਼ਕਲ ਨਾਲ ਉਸ ਦਾ ਘੁੰਡ ਚੁੱਕਿਆ। ਮੈਂ ਜਿਵੇਂ ਹੀ ਉਸ ਦੇ ਚਿਹਰੇ ਨੂੰ ਦੇਖਿਆ ਤਾਂ ਮੇਰੇ ਹੋਸ਼ ਉੱਡ ਗਏ। ਵੈਸੇ ਤਾਂ ਮੈਂ ਦੌਲਤਮੰਦ ਅਤੇ ਅਮੀਰ ਆਦਮੀ ਸੀ। ਬਾਪ ਦਾਦੇ ਦੀ ਕਰੋੜਾਂ ਦੀ ਜਾਇਦਾਦ ਦਾ ਇਕੱਲਾ ਹੀ ਵਾਰਿਸ ਸੀ। ਮੇਰੀ ਬਦਕਿਸਮਤੀ ਇਹ ਸੀ ਕਿ ਮੈਂ ਹੀ ਬੋਲਿਆ ਸੀ ਕਿ ਮੈਂ ਖਾਨਦਾਨੀ ਰਈਸ ਹਾਂ। ਮੇਰਾ ਪਹਿਲਾ ਨਿਗਾਹ ਮੇਰੇ ਮਾਂ-ਬਾਪ ਦੀ ਪਸੰਦ ਨਾਲ ਹੋਇਆ ਸੀ। ਮੇਰੀ ਪਹਿਲੀ ਪਤਨੀ ਮੇਰੀ ਬੂਆ ਦੀ ਕੁੜੀ ਸੀ। ਉਮਰ ਵਿੱਚ ਮੇਰੇ ਤੋਂ 5 ਸਾਲ ਵੱਡੀ ਸੀ, ਪਰ ਉਸ ਦਾ ਸੁਭਾਅ ਬਹੁਤ ਚੰਗਾ ਸੀ। ਮੇਰੇ ਨਿਗਾਹ ਨੂੰ 8 ਸਾਲ ਹੋ ਗਏ ਸਨ, ਪਰ ਮੇਰੀ ਕੋਈ ਔਲਾਦ ਨਹੀਂ ਹੋਈ ਸੀ। ਮੈਂ ਆਪਣੀ ਪਹਿਲੀ ਪਤਨੀ ਦਾ ਬਹੁਤ ਇਲਾਜ ਕਰਵਾਇਆ, ਪਰ ਉਹ ਮੈਨੂੰ ਔਲਾਦ ਨਾ ਦੇ ਸਕੀ। ਮੈਂ ਆਪਣੇ ਵੀ ਸਾਰੇ ਟੈਸਟ ਕਰਵਾਏ ਕਿ ਕਿਤੇ ਕਮੀ ਮੇਰੇ ਵਿੱਚ ਨਾ ਹੋਵੇ, ਪਰ ਮੇਰੀ ਪਤਨੀ ਹੀ ਬਾਂਝ ਸੀ। 8 ਸਾਲ ਤੋਂ ਬਾਅਦ ਮੈਂ ਆਪਣੀ ਪਹਿਲੀ ਪਤਨੀ ਨੂੰ ਕਿਹਾ ਕਿ ਮੈਂ ਦੂਜਾ ਨਿਗਾਹ ਕਰਵਾਉਣਾ ਚਾਹੁੰਦਾ ਹਾਂ ਕਿਉਂਕਿ ਮੈਨੂੰ ਵਾਰਿਸ ਚਾਹੀਦਾ ਹੈ। ਉਹ ਮੇਰਾ ਦੂਜੇ ਨਿਗਾਹ ਦਾ ਸੁਣ ਕੇ ਬਹੁਤ ਰੋਈ, ਪਰ ਥੋੜ੍ਹੇ ਦਿਨਾਂ ਬਾਅਦ ਉਸਨੇ ਮੈਨੂੰ ਦੂਜੇ ਨਿਗਾਹ ਦੀ ਇਜਾਜ਼ਤ ਦੇ ਦਿੱਤੀ। ਪਰ ਫਿਰ ਤਾਂ ਜਿਵੇਂ ਟਾਈਮ ਐਵੇਂ ਹੀ ਗੁਜ਼ਰਨ ਲੱਗਾ। ਮੈਂ 5-5 ਸਾਲ ਆਪਣੀਆਂ 3 ਪਤਨੀਆਂ ਦੇ ਨਾਲ ਗੁਜ਼ਾਰੇ, ਪਰ ਮੈਨੂੰ ਵਾਰਿਸ ਕਿਸੇ ਤੋਂ ਵੀ ਨਹੀਂ ਹੋਇਆ। 25 ਸਾਲ ਮੈਂ ਆਪਣਾ ਵਿਆਹੁਤਾ ਜੀਵਨ ਗੁਜ਼ਾਰਿਆ, ਪਰ ਮੈਨੂੰ ਔਲਾਦ ਨਹੀਂ ਹੋਈ ਕਿਸੇ ਪਤਨੀ ਤੋਂ ਵੀ, ਅਤੇ ਸਭ ਦਾ ਮੈਂ ਇਲਾਜ ਵੀ ਕਰਵਾਇਆ। ਇਤਫਾਕ ਨਾਲ ਤਿੰਨੇ ਹੀ ਬਾਂਝ ਸਨ। ਮੇਰੀ ਉਮਰ ਹੁਣ 48 ਸਾਲ ਦੀ ਹੋ ਗਈ ਸੀ। ਮੈਂ ਆਪਣੀ ਪਤਨੀ ਦਾ ਇਲਾਜ ਕਰਾ ਕੇ ਥੱਕ ਗਿਆ ਸੀ। ਪਤਾ ਨਹੀਂ ਕੀ ਪ੍ਰੋਬਲਮ ਸੀ। ਹਰ ਵਾਰ ਮੇਰੀ ਰਿਪੋਰਟ ਠੀਕ ਆਉਂਦੀ। ਕਦੇ ਵੀ ਮੇਰੀ ਅਕਲ ਇਹ ਗੱਲ ਸਵੀਕਾਰ ਨਹੀਂ ਕਰ ਸਕੀ ਕਿ ਪ੍ਰੋਬਲਮ ਇੱਕ ਪਤਨੀ ਵਿੱਚ ਹੁੰਦੀ ਤਾਂ ਸਮਝ ਵਿੱਚ ਆਉਂਦਾ, ਪਰ ਤਿੰਨਾਂ ਵਿੱਚ ਇੱਕੋ ਹੀ ਪ੍ਰੋਬਲਮ ਸੀ। ਮੈਂ ਚੌਥਾ ਵਿਆਹ ਨਹੀਂ ਕਰਵਾ ਸਕਦਾ ਸੀ ਤੇ ਨਾ ਹੀ ਮੈਂ ਆਪਣੀ ਪਤਨੀ ਨੂੰ ਛੱਡਣਾ ਸੀ, ਪਰ ਮੇਰੀਆਂ ਤਿੰਨੇ ਪਤਨੀਆਂ ਚੰਗੀਆਂ ਤੇ ਨੇਕ ਸਨ। ਮੈਂ ਕਿਸ ਤਰ੍ਹਾਂ ਉਹਨਾਂ ਨਾਲ ਜਾਤੀ ਕਰ ਸਕਦਾ ਸੀ? ਪਰ ਉਮਰ ਦੇ ਜਿਸ ਪੜਾਅ ਵਿੱਚ ਮੈਂ ਪਹੁੰਚ ਗਿਆ ਸੀ, ਅੱਗੇ ਬੁਢਾਪਾ ਹੀ ਬੁਢਾਪਾ ਸੀ। ਹੁਣ ਤਾਂ ਮੈਨੂੰ ਵਾਰਿਸ ਜਲਦ ਤੋਂ ਜਲਦ ਚਾਹੀਦਾ ਸੀ। ਜਦੋਂ ਮੈਂ ਆਪਣੀ ਦੋਸਤ ਨਾਲ ਇਸ ਬਾਰੇ ਗੱਲ ਕੀਤੀ ਸੀ ਤਾਂ ਉਸ ਨੇ ਮੈਨੂੰ ਇਹ ਰਸਤਾ ਦੱਸ ਦਿੱਤਾ ਜਿਹੜਾ ਕਿ ਸਰਾਸਰ ਗੁਨਾਹ ਦਾ ਸੀ। ਪਹਿਲਾਂ ਤਾਂ ਮੈਂ ਮਨਾ ਕਰ ਦਿੱਤਾ ਸੀ ਕਿ ਮੈਂ ਇੱਕ ਖਾਨਦਾਨੀ ਸ਼ਰੀਫ ਆਦਮੀ ਹਾਂ, ਇੱਕ ਤਵਾਇਕ ਤੋਂ ਕਿਉਂ ਵਾਰਿਸ ਲਵਾਂਗਾ। ਫਿਰ ਮੇਰਾ ਦੋਸਤ ਕਹਿਣ ਲੱਗਿਆ ਕਿ ਤੇਰੀ ਪਹਿਲੀ ਪਤਨੀ ਵੀ ਤਾਂ ਬਿਮਾਰ ਹੀ ਰਹਿੰਦੀ ਹੈ। ਉਸ ਦੀ ਗੱਲ ਸੁਣ ਕੇ ਮੈਂ ਕਿਹਾ ਕਿ ਇਸ ਵਕਤ ਤਾਂ ਉਸ ਨੂੰ ਮੇਰੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ, ਮੈਂ ਉਸ ਨੂੰ ਕਿਉਂ ਛੱਡ ਦੇਵਾਂ। ਤਾਂ ਉਹ ਕਹਿਣ ਲੱਗਿਆ ਕਿ ਆਪਣੀ ਉਮਰ ਵੀ ਦੇਖ ਲੈ, ਤੂੰ ਹੁਣ ਬੁਢਾਪੇ ਵਿੱਚ ਪੈਰ ਰੱਖ ਚੁੱਕਿਆ ਏਂ। ਟਾਈਮ ਦੇ ਬੀਤਣ ਦੇ ਨਾਲ ਨਾਲ ਵਾਰਿਸ ਹੋਣ ਦੇ ਚਾਂਸ ਵੀ ਘੱਟ ਹੋ ਜਾਣਗੇ। ਗੱਲ ਤਾਂ ਮੇਰੇ ਦੋਸਤ ਦੀ ਵੀ ਸਹੀ ਸੀ। ਮੇਰਾ ਦੋਸਤ ਕਹਿਣ ਲੱਗਿਆ ਕਿ ਮੈਂ ਜੋ ਕਹਿ ਰਿਹਾ ਹਾਂ ਉਸ ਨਾਲ ਤੈਨੂੰ ਬੱਚਾ ਵੀ ਹੋ ਜਾਵੇਗਾ ਤੇ ਤੈਨੂੰ ਚੌਥਾ ਨਿਗਾਹ ਵੀ ਨਹੀਂ ਕਰਵਾਉਣਾ ਪਵੇਗਾ। ਫਿਰ ਤੂੰ ਲੋਕਾਂ ਨੂੰ ਕਹਿ ਦਈਂ ਕਿ 3 ਪਤਨੀਆਂ ਵਿੱਚੋਂ ਕਿਸੇ ਇੱਕ ਤੋਂ ਤੈਨੂੰ ਬੱਚਾ ਹੋਇਆ ਹੈ, ਕਿਸੇ ਨੂੰ ਕੁਝ ਪਤਾ ਨਹੀਂ ਚੱਲੇਗਾ। ਮੈਂ ਕਈ ਦਿਨਾਂ ਤੱਕ ਇਸੀ ਗੱਲ ਤੇ ਸੋਚਦਾ ਰਿਹਾ। ਉਸ ਵਕਤ ਮੈਨੂੰ ਵਾਰਿਸ ਚਾਹੀਦਾ ਸੀ ਕਿਉਂਕਿ ਜੇ ਮੇਰਾ ਵਾਰਿਸ ਨਾ ਹੁੰਦਾ ਤਾਂ ਮੇਰਾ ਨਾਮ ਲੈਣ ਵਾਲਾ ਵੀ ਕੋਈ ਨਾ ਰਹਿੰਦਾ। ਪਹਿਲਾਂ ਤਾਂ ਮੇਰਾ ਦਿਲ ਕੀਤਾ ਕਿ ਮੈਂ ਆਪਣੀਆਂ ਪਤਨੀਆਂ ਨਾਲ ਸਲਾਹ ਮਸ਼ਵਰਾ ਕਰਾਂ, ਪਰ ਜ਼ਾਹਰ ਜਿਹੀ ਗੱਲ ਹੈ ਕਿ ਉਹ ਮੈਨੂੰ ਅਜਿਹੀ ਸਲਾਹ ਨਹੀਂ ਦੇਣਗੀਆਂ। ਉਹਨਾਂ ਦਿਨਾਂ ਵਿੱਚ ਇੱਕ ਪਾਸੇ ਤਾਂ ਮੈਂ ਔਲਾਦ ਦੀ ਸਮੱਸਿਆ ਨੂੰ ਲੈ ਕੇ ਪਰੇਸ਼ਾਨ ਸੀ, ਦੂਜੇ ਪਾਸੇ ਮੇਰੀ ਪਹਿਲੀ ਪਤਨੀ ਵੀ ਬਹੁਤ ਜ਼ਿਆਦਾ ਬਿਮਾਰ ਰਹਿਣ ਲੱਗੀ ਸੀ।
ਮੈਂ ਆਪਣੀ ਬਾਕੀ ਪਤਨੀਆਂ ਤੋਂ ਪਰਮਿਸ਼ਨ ਲਈ ਅਤੇ ਆਪਣਾ ਜ਼ਿਆਦਾ ਸਮਾਂ ਪਹਿਲੀ ਪਤਨੀ ਨਾਲ ਹੀ ਗੁਜ਼ਾਰਨ ਲੱਗਾ ਸੀ, ਕਿਉਂਕਿ ਉਸਨੇ ਖੁਦ 2 ਸੌਕਣਾ ਬਰਦਾਸ਼ਤ ਕੀਤੀਆਂ ਸਨ। ਪਰ ਮੇਰੀ ਪਤਨੀ ਵਿੱਚ ਇਹ ਗੱਲ ਜ਼ਰੂਰ ਸੀ ਕਿ ਉਹ ਲੜਾਈ ਝਗੜਾ ਨਹੀਂ ਕਰਦੀਆਂ ਸਨ, ਸਗੋਂ ਮਿਲ-ਜੁਲ ਕੇ ਰਹਿੰਦੀਆਂ ਸਨ। ਫਿਰ ਮੈਂ ਵਿਆਹ ਦੇ ਮਾਮਲੇ ਵਿੱਚ ਘੱਟ ਉਮਰ ਦੀਆਂ ਕੁੜੀਆਂ ਦੀ ਮੰਗ ਨਹੀਂ ਕੀਤੀ ਸੀ। ਮੇਰੀ ਬਾਕੀ ਪਤਨੀਆਂ ਦੀ ਉਮਰ ਵੀ ਕਾਫੀ ਸੀ, ਕੋਈ ਯਤੀਮ, ਕੋਈ ਬੇਸਹਾਰਾ। ਮੈਂ ਅਜਿਹੀਆਂ ਲੜਕੀਆਂ ਨਾਲ ਹੀ ਵਿਆਹ ਕਰਵਾਇਆ ਸੀ ਤਾਂ ਕਿ ਉਹਨਾਂ ਨੂੰ ਸਹਾਰਾ ਮਿਲ ਸਕੇ ਤੇ ਮੈਨੂੰ ਵਾਰਸ ਮਿਲ ਸਕੇ। ਪਰ ਕਿਸਮਤ ਦਾ ਅਜੀਬ ਖੇਲ ਸੀ ਕਿ 3 ਪਤਨੀਆਂ ਵਿੱਚ ਬਾਂਝਪਣ ਦੀ ਸਮੱਸਿਆ ਸੀ। ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ। ਮੈਂ ਆਪਣੀ ਕਿਸੇ ਵੀ ਪਤਨੀ ਨੂੰ ਛੱਡਣਾ ਨਹੀਂ ਚਾਹੁੰਦਾ ਸੀ, ਪਰ ਜਿਹੜਾ ਰਸਤਾ ਮੇਰੇ ਦੋਸਤ ਨੇ ਦੱਸਿਆ ਸੀ ਉਹ ਮੰਨਣਾ ਵੀ ਮੇਰੇ ਲਈ ਮੁਸ਼ਕਲ ਸੀ। ਪਰ ਬਹੁਤ ਸੋਚ ਵਿਚਾਰ ਕਰਨ ਤੋਂ ਬਾਅਦ ਮੈਂ ਆਖਿਰਕਾਰ ਉਸ ਫੈਸਲੇ 'ਤੇ ਆ ਹੀ ਗਿਆ। ਮੇਰੇ ਦੋਸਤ ਦੀ ਗੱਲ ਮੰਨਣ ਵਿੱਚ ਕੋਈ ਹਰਜ ਨਹੀਂ ਸੀ, ਇਸੇ ਲਈ ਉਸ ਕੁੜੀ ਨੂੰ ਦੇਖਣ ਲਈ ਕੋਠੇ 'ਤੇ ਚਲਾ ਗਿਆ ਸੀ। ਪਰ ਜਦੋਂ ਉਸ ਕੁੜੀ ਨੂੰ ਦੇਖਿਆ ਤਾਂ ਮੇਰੇ ਹੋਸ਼ ਉੱਡ ਗਏ। ਉਸ ਨੂੰ ਦੇਖਦੇ ਹੀ ਮੈਂ ਕਮਰੇ ਤੋਂ ਬਾਹਰ ਨਿਕਲ ਗਿਆ ਅਤੇ ਫਿਰ ਉਸ ਕੋਠੇ 'ਤੇ ਨਹੀਂ ਰਿਹਾ ਗਿਆ। ਮੇਰਾ ਦੋਸਤ ਮੈਨੂੰ ਬੁਲਾਉਂਦਾ ਹੀ ਰਿਹਾ ਕਿ ਤੈਨੂੰ ਕੀ ਹੋ ਗਿਆ, ਪਰ ਮੈਂ ਕੋਈ ਜਵਾਬ ਨਹੀਂ ਦਿੱਤਾ। ਤੇਜ਼ ਕਦਮਾਂ ਨਾਲ ਚੱਲ ਕੇ ਉਸ ਬਾਜ਼ਾਰ ਵਿੱਚੋਂ ਨਿਕਲ ਕੇ ਆਪਣੀ ਗੱਡੀ ਵਿੱਚ ਬੈਠ ਗਿਆ। ਮੈਂ ਆਪਣੇ ਦੋਸਤ ਦੇ ਆਉਣ ਦਾ ਇੰਤਜ਼ਾਰ ਨਹੀਂ ਕੀਤਾ। ਡਰਾਈਵਰ ਨੂੰ ਕਿਹਾ ਕਿ ਘਰ ਚੱਲ। ਪੂਰਾ ਰਸਤਾ ਮੈਂ ਬੇਚੈਨੀ ਨਾਲ ਕੱਟਿਆ। ਇੱਕ ਪਲ ਮੈਂ ਚੈਨ ਨਾਲ ਨਹੀਂ ਕੱਟਿਆ। ਘਰ ਆ ਕੇ ਵੀ ਮੇਰੀ ਬੇਚੈਨੀ ਬਰਕਰਾਰ ਸੀ। ਮੈਂ ਅੱਜ ਕਿਸੇ ਵੀ ਪਤਨੀ ਦੇ ਕਮਰੇ ਵਿੱਚ ਨਹੀਂ ਜਾਣਾ ਚਾਹੁੰਦਾ ਸੀ। ਡਰਾਇੰਗ ਰੂਮ ਵਿੱਚ ਹੀ ਬੈਠਾ ਰਿਹਾ। ਅੱਧੀ ਰਾਤ ਹੋ ਗਈ ਸੀ। ਮੇਰੀ ਬੇਚੈਨੀ ਅਤੇ ਪਰੇਸ਼ਾਨੀ ਹੋਰ ਵੀ ਵਧਣ ਲੱਗੀ ਸੀ। ਜਦ ਮੇਰੀ ਪਹਿਲੀ ਪਤਨੀ ਡਰਾਇੰਗ ਰੂਮ ਵਿੱਚ ਆਈ ਤੇ ਮੈਨੂੰ ਕਹਿਣ ਲੱਗੀ, ਤੁਹਾਨੂੰ ਕੀ ਪਰੇਸ਼ਾਨੀ ਹੈ? ਤੁਸੀਂ ਸੋਏ ਨਹੀਂ ਅੱਜ? ਮੈਂ ਇੱਕ ਨਜ਼ਰ ਆਪਣੀ ਪਤਨੀ ਵੱਲ ਦੇਖਿਆ ਤੇ ਨਾਂਹ ਵਿੱਚ ਸਿਰ ਹਿਲਾ ਦਿੱਤਾ। ਫਿਰ ਉਹ ਮੇਰੇ ਕੋਲ ਬੈਠ ਗਈ ਤੇ ਕਹਿਣ ਲੱਗੀ, ਅੱਜ ਕੀ ਪਰੇਸ਼ਾਨੀ ਹੈ ਤੁਹਾਨੂੰ? ਮੈਂ ਇੱਕ ਨਜ਼ਰ ਆਪਣੀ ਪਤਨੀ ਤੇ ਪਾਈ, ਜਿਸ ਦਾ ਮੇਰੇ ਨਾਲ ਪਿਛਲੇ 25 ਸਾਲਾਂ ਤੋਂ ਸਾਥ ਸੀ, ਜਿਹੜੀ ਹੁਣ ਬਿਮਾਰ ਰਹਿਣ ਲੱਗੀ ਸੀ। ਮੈਂ ਉਸਦਾ ਹੱਥ ਫੜਿਆ ਤੇ ਕਿਹਾ ਕਿ ਤੇਰੀ ਤਬੀਅਤ ਕਿਵੇਂ ਹੈ? ਉਹ ਕਹਿਣ ਲੱਗੀ ਕਿ ਮੇਰੀ ਹੁਣ ਬਚਣ ਦੀ ਉਮੀਦ ਨਹੀਂ ਹੈ। ਮੇਰਾ ਕੈਂਸਰ ਸਾਰੇ ਸਰੀਰ ਵਿੱਚ ਫੈਲ ਗਿਆ ਹੈ। ਤੁਸੀਂ ਇਹ ਜਾਣਦੇ ਹੋ ਨਾ? ਮੈਂ ਜਾਣਦਾ ਸੀ ਕਿ ਉਹ ਹੁਣ 2-3 ਮਹੀਨਿਆਂ ਦੀ ਹੀ ਮਹਿਮਾਨ ਹੈ, ਇਸ ਲਈ ਮੈਂ ਜ਼ਿਆਦਾ ਸਮਾਂ ਉਸ ਨਾਲ ਹੀ ਗੁਜ਼ਾਰਦਾ ਸੀ। ਉਸਨੇ ਮੇਰੇ ਮੋਢੇ 'ਤੇ ਸਿਰ ਰੱਖ ਲਿਆ। ਮੈਂ ਉਸਨੂੰ ਕਿਹਾ ਕਿ ਮੈਂ ਸੋਚ ਰਿਹਾ ਹਾਂ ਕਿ ਤੈਨੂੰ ਬਾਹਰ ਅਮਰੀਕਾ ਲੈ ਜਾਵਾਂ ਤੇ ਉੱਥੇ ਤੇਰਾ ਇਲਾਜ ਕਰਵਾਵਾਂ। ਉਹ ਕਹਿਣ ਲੱਗੀ ਕਿ ਕੋਈ ਫਰਕ ਨਹੀਂ ਪਵੇਗਾ। ਹੁਣ ਮੇਰਾ ਟਾਈਮ ਬਸ ਆ ਚੁੱਕਿਆ ਹੈ। ਤੁਸੀਂ ਮੇਰੀ ਇੱਕ ਖੁਆਇਸ਼ ਪੂਰੀ ਕਰ ਦਿਓ। ਤੁਸੀਂ ਮੈਨੂੰ ਤਲਾਕ ਦੇ ਕੇ ਵਿਆਹ ਕਰਵਾ ਲਵੋ। ਉਸ ਦੀ ਗੱਲ ਸੁਣ ਕੇ ਮੈਂ ਉਸ ਵੱਲ ਦੇਖਣ ਲੱਗਿਆ ਤਾਂ ਉਹ ਕਹਿਣ ਲੱਗੀ, ਮੈਂ ਇਸੀ ਘਰ ਵਿੱਚ ਇੱਕ ਕੋਨੇ ਵਿੱਚ ਰਹਿ ਲਵਾਂਗੀ, ਪਰ ਮਰਨ ਤੋਂ ਪਹਿਲਾਂ ਮੈਂ ਤੁਹਾਡਾ ਬੱਚਾ ਦੇਖਣਾ ਚਾਹੁੰਦੀ ਹਾਂ। ਉਸ ਦੀ ਗੱਲ ਸੁਣ ਕੇ ਮੇਰੀਆਂ ਅੱਖਾਂ ਦੇ ਸਾਹਮਣੇ ਸਲੀਮਾ ਦਾ ਚਿਹਰਾ ਘੁੰਮਣ ਲੱਗਿਆ। ਮੈਂ ਉਸ ਨੂੰ ਕਿਹਾ ਕਿ ਮੈਂ ਤੈਨੂੰ ਇੰਨਾ ਵੱਡਾ ਗਮ ਨਹੀਂ ਦੇ ਸਕਦਾ। ਪਹਿਲਾਂ ਹੀ ਮੈਂ ਤੇਰੀਆਂ 2 ਸੌਕੜਾਂ ਲਿਆ ਚੁੱਕਿਆ ਹਾਂ। ਉਸ ਨੇ ਕਿਹਾ ਕਿ ਨਹੀਂ, ਅਜਿਹੀ ਗੱਲ ਨਹੀਂ ਹੈ। ਮੈਨੂੰ ਤਾਂ ਲੱਗਿਆ ਸੀ ਕਿ ਤੁਹਾਡੇ ਔਲਾਦ ਹੋ ਜਾਵੇਗੀ, ਪਰ ਮੈਨੂੰ ਕੀ ਪਤਾ ਸੀ ਕਿ ਮੇਰਾ ਪਰਛਾਵਾਂ ਤੁਹਾਡੀਆਂ ਦੂਜੀਆਂ ਪਤਨੀਆਂ 'ਤੇ ਵੀ ਪੈ ਜਾਵੇਗਾ। ਇਹ ਕਹਿ ਕੇ ਉਹ ਰੋਣ ਲੱਗੀ। ਮੈਂ ਕਿਹਾ ਕਿ ਤੂੰ ਅਜਿਹਾ ਨਾ ਸੋਚ, ਔਲਾਦ ਤਾਂ ਸ਼ਾਇਦ ਮੇਰੇ ਕਰਮਾਂ ਵਿੱਚ ਹੀ ਨਹੀਂ ਸੀ। ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗੀ ਕਿ ਤੁਸੀਂ ਹਮੇਸ਼ਾ ਬੇਸਹਾਰਾ ਕੁੜੀਆਂ ਨਾਲ ਹੀ ਵਿਆਹ ਕਰਵਾਇਆ ਹੈ ਤਾਂ ਕਿ ਤੁਹਾਡੀ ਕੋਈ ਨੇਕੀ ਅੱਲਾ ਨੂੰ ਪਸੰਦ ਆ ਜਾਵੇ। ਤਾਂ ਫਿਰ ਤੁਸੀਂ ਤਬਾਇਕ ਖਾਨੇ ਤੋਂ ਕਿਉਂ ਭੱਜ ਕੇ ਵਾਪਸ ਆਏ ਹੋ? ਉਸ ਦੀ ਗੱਲ ਸੁਣ ਕੇ ਮੈਨੂੰ ਹੈਰਾਨੀ ਦਾ ਝਟਕਾ ਲੱਗਿਆ। ਮੈਂ ਕਿਹਾ, ਤੈਨੂੰ ਕਿਸ ਨੇ ਦੱਸਿਆ ਹੈ? ਮੇਰੀ ਗੱਲ ਸੁਣ ਕੇ ਉਸਨੇ ਗਹਿਰੀ ਲੰਬੀ ਸਾਹ ਲਈ। ਫਿਰ ਉਸਨੇ ਕਿਹਾ ਕਿ ਉਹ ਛੱਡ ਦਿਓ, ਤੁਸੀਂ ਮੇਰੀ ਗੱਲ ਦਾ ਜਵਾਬ ਦਿਓ। ਮੈਂ ਕਿਹਾ, ਮੇਰਾ ਦਿਲ ਨਹੀਂ ਮੰਨ ਰਿਹਾ ਸੀ, ਇਸ ਲਈ ਮੈਂ ਵਾਪਸ ਆ ਗਿਆ। ਕਿਉਂਕਿ ਉਹ ਬਹੁਤ ਘੱਟ ਉਮਰ ਦੀ ਕੁੜੀ ਲੱਗਦੀ ਸੀ, ਤਕਰੀਬਨ 19-20 ਸਾਲ ਦੀ ਕੁੜੀ ਹੋਵੇਗੀ। ਇੰਨੀ ਘੱਟ ਉਮਰ ਵਿੱਚ ਉਸ ਤੋਂ ਅਜਿਹਾ ਘਟੀਆ ਕੰਮ ਪਤਾ ਨਹੀਂ ਕਿਉਂ ਕਰਵਾਇਆ ਜਾ ਰਿਹਾ ਹੈ। ਉਸ ਨੂੰ ਦੇਖ ਕੇ ਮੈਨੂੰ ਤਰਸ ਆ ਗਿਆ, ਇਸ ਲਈ ਮੈਂ ਉੱਥੋਂ ਵਾਪਸ ਆ ਗਿਆ। ਬੇਸ਼ੱਕ ਉਹ ਬਹੁਤ ਜ਼ਿਆਦਾ ਖੂਬਸੂਰਤ ਸੀ, ਪਰ ਉਸ ਦੀ ਉਮਰ ਬਹੁਤ ਘੱਟ ਸੀ। ਜੇ ਮੇਰੀ ਸ਼ਾਦੀ ਤੋਂ ਬਾਅਦ ਮੇਰੀ ਇੱਕ ਬੇਟੀ ਹੁੰਦੀ ਤਾਂ ਉਹਦੇ ਜਿੱਡੀ ਹੀ ਹੁੰਦੀ। ਮੇਰੀ ਪਤਨੀ ਕਹਿਣ ਲੱਗੀ ਕਿ ਤੁਸੀਂ ਉਸ ਨਾਲ ਨਿਗਾਹ ਕਰਵਾ ਲਓ ਅਦਨਾਨ। ਮੈਂ ਉਸ ਨੂੰ ਕਿਹਾ ਕਿ ਤੂੰ ਹੋਸ਼ ਵਿੱਚ ਤਾਂ ਹੈ? ਇੱਕ ਤਬਾਇਕ ਕਦ ਕਿਸੇ ਨਾਲ ਵਿਆਹ ਕਰਵਾਉਂਦੀ ਹੈ? ਫਿਰ ਉਸ ਦੀ ਮਾਲਕਣ ਮੈਨੂੰ ਇਹ ਕਦਮ ਕਿਉਂ ਚੁੱਕਣ ਦੇਵੇਗੀ? ਫਿਰ ਉਹ ਬਹੁਤ ਛੋਟੀ ਹੈ, ਉਸ ਦੇ ਕੋਲ ਜਾਂਦੇ ਮੈਨੂੰ ਸ਼ਰਮ ਆਉਂਦੀ ਹੈ। ਫਿਰ ਮੇਰੀ ਪਤਨੀ ਮੈਨੂੰ ਕਹਿਣ ਲੱਗੀ ਕਿ ਹੋ ਸਕਦਾ ਹੈ ਕਿ ਤੁਸੀਂ ਉਸ ਨੂੰ ਉਸ ਕੋਠੇ ਤੋਂ ਆਜ਼ਾਦ ਕਰਵਾਉਣ ਵਿੱਚ ਕਾਮਯਾਬ ਹੋ ਜਾਵੋ। ਕੀ ਪਤਾ ਅੱਲਾ ਤੁਹਾਨੂੰ ਔਲਾਦ ਨਸੀਬ ਕਰ ਦੇਵੇ। ਆਪਣੀ ਪਤਨੀ ਦੀ ਗੱਲ ਸੁਣ ਕੇ ਮੈਂ ਚੁੱਪ ਜਿਹਾ ਹੋ ਗਿਆ ਸੀ। ਕੁਝ ਦਿਨ ਮੈਂ ਉਸੇ ਬਾਰੇ ਸੋਚਦਾ ਰਿਹਾ। ਫਿਰ ਮੈਂ ਸੋਚਿਆ ਕਿ ਮੈਂ ਉਸ ਨਾਲ ਨਿਗਾਹ ਕਰਵਾ ਲਵਾਂ ਤਾਂ ਕੀ ਪਤਾ ਅੱਲਾ ਨੂੰ ਮੇਰੀ ਇਹੀ ਗੱਲ ਪਸੰਦ ਆ ਜਾਵੇ।
ਤੇ ਮੈਨੂੰ ਔਲਾਦ ਬਖਸ਼ ਦਵੇ। ਸਲੀਮਾ ਵੀ ਉਸ ਕੋਠੇ ਤੋਂ ਬਚ ਜਾਵੇਗੀ। ਮੈਂ ਅਗਲੇ ਦਿਨ ਉਸ ਕੋਠੇ ਤੇ ਗਿਆ। ਮੇਰੀ ਨੀਅਤ ਉਸ ਕੁੜੀ ਨੂੰ ਉਸ ਕੋਠੇ ਦੇ ਮਾਹੌਲ ਵਿੱਚੋਂ ਕੱਢਣਾ ਸੀ। ਮੈਂ 1 ਕਰੋੜ ਦਾ ਚੈੱਕ ਉਸ ਔਰਤ ਦੇ ਹੱਥ ਤੇ ਰੱਖ ਦਿੱਤਾ। ਉਹ ਕਦੇ ਮੈਨੂੰ ਦੇਖ ਰਹੀ ਸੀ ਤੇ ਕਦੇ ਉਸ ਚੈੱਕ ਨੂੰ, ਤੇ ਫਿਰ ਕਹਿਣ ਲੱਗੀ ਕਿ ਇੰਨੀ ਵੱਡੀ ਰਕਮ ਕਿਉਂ? ਮੈਂ ਕਿਹਾ, ਮੈਂ ਸਲੀਮਾ ਨਾਲ ਨਿਗਾਹ ਕਰਵਾਉਣਾ ਚਾਹੁੰਦਾ ਹਾਂ ਤੇ ਨਿਗਾਹ ਤੋਂ ਬਾਅਦ ਉਸ ਦਾ ਇਸ ਕੋਠੇ ਨਾਲ ਕੋਈ ਰਿਸ਼ਤਾ ਨਹੀਂ ਹੋਵੇਗਾ। ਉਹ ਇੱਕ ਲਾਲਚੀ ਔਰਤ ਸੀ, ਇਸ ਲਈ ਜਲਦੀ ਮੰਨ ਗਈ। ਮੈਂ ਆਪਣੀ ਪਹਿਲੀ ਪਤਨੀ ਨੂੰ ਉਸ ਦੀ ਖੁਆਇਸ਼ ਦੇ ਅਨੁਸਾਰ ਤਲਾਕ ਦੇ ਦਿੱਤਾ। ਉਹ ਮੇਰੇ ਹੀ ਘਰ ਵਿੱਚ ਇੱਕ ਕੋਨੇ ਦੇ ਕਮਰੇ ਵਿੱਚ ਰਹਿੰਦੀ ਸੀ। ਮੈਂ ਉਹਦੇ ਸਾਹਮਣੇ ਤਾਂ ਨਹੀਂ ਜਾਂਦਾ ਸੀ, ਪਰ ਉਸ ਦਾ ਖਿਆਲ ਰੱਖਣ ਦੀ ਪੂਰੀ ਕੋਸ਼ਿਸ਼ ਕਰਦਾ ਸੀ। ਮੈਂ ਥੋੜ੍ਹੇ ਜਿਹੇ ਲੋਕਾਂ ਦੀ ਮੌਜੂਦਗੀ ਵਿੱਚ ਸਲੀਮਾ ਨਾਲ ਨਿਗਾਹ ਕਰਵਾ ਲਿਆ ਤੇ ਉਸ ਨੂੰ ਆਪਣੇ ਘਰ ਲੈ ਆਇਆ। ਉਹ ਆਪਣੀ ਫਟੀ ਨਜ਼ਰਾਂ ਨਾਲ ਮੇਰਾ ਮਹਿਲ ਵਰਗਾ ਘਰ ਦੇਖ ਰਹੀ ਸੀ। ਅਦਨਾਨ ਸਾਹਬ, ਇਹ ਸਭ ਤੁਹਾਡਾ ਹੀ ਹੈ? ਤੁਸੀਂ ਤਾਂ ਬਹੁਤ ਅਮੀਰ ਆਦਮੀ ਦਿਖਦੇ ਹੋ। ਮੇਰੇ ਵਿੱਚ ਅਜਿਹਾ ਕੀ ਦਿਖਿਆ ਤੁਹਾਨੂੰ? ਮੈਂ ਉਮਰ ਵਿੱਚ ਉਸ ਤੋਂ ਬਹੁਤ ਜ਼ਿਆਦਾ ਵੱਡਾ ਸੀ। ਉਸ ਦਾ ਇਹ ਸ਼ਬਦ ਸੁਣ ਕੇ ਮੈਨੂੰ ਬਹੁਤ ਬੁਰਾ ਲੱਗਿਆ ਸੀ, ਕਿਉਂਕਿ ਮੈਂ ਉਸ ਦਾ ਗ੍ਰਾਹਕ ਨਹੀਂ ਸਗੋਂ ਪਤੀ ਸੀ। ਮੈਂ ਆਪਣੀ ਬਾਕੀ ਦੋਨਾਂ ਪਤਨੀਆਂ ਨਾਲ ਸਲੀਮਾ ਦੀ ਮੁਲਾਕਾਤ ਕਰਵਾਈ। ਫਿਰ ਮੈਂ ਉਸ ਨੂੰ ਆਪਣੀ ਪਹਿਲੀ ਪਤਨੀ ਨਾਲ ਮਿਲਾਇਆ। ਫਿਰ ਤੀਜੇ ਨੰਬਰ ਵਾਲੀ ਪਤਨੀ ਨੂੰ ਕਿਹਾ ਕਿ ਉਹ ਇਸ ਨੂੰ ਕਮਰੇ ਵਿੱਚ ਛੱਡ ਆਵੇ। ਮੈਂ ਡਰਾਇੰਗ ਰੂਮ ਵਿੱਚ ਹੀ ਬੈਠ ਗਿਆ। ਪਤਾ ਨਹੀਂ ਕਿਉਂ ਮੇਰੀ ਕਮਰੇ ਵਿੱਚ ਜਾਣ ਦੀ ਹਿੰਮਤ ਹੀ ਨਹੀਂ ਹੋਈ। ਮੇਰੀ ਪਹਿਲੀਆਂ ਤਿੰਨੇ ਪਤਨੀਆਂ ਬਹੁਤ ਚੰਗੀਆਂ ਸਨ ਤੇ ਉਹ ਕੁੜੀ ਉਸ ਦੀ ਜ਼ਿੰਦਗੀ ਵਿੱਚ ਆਉਣ ਵਾਲਾ ਮੈਂ ਪਹਿਲਾ ਮਰਦ ਨਹੀਂ ਸੀ। ਉਹ ਆਪਣੀ ਜਗ੍ਹਾ ਠੀਕ ਸੀ, ਪਰ ਇੱਕ ਪਤਨੀ ਦੇ ਰੂਪ ਵਿੱਚ ਉਸ ਨੂੰ ਸਵੀਕਾਰ ਕਰਨਾ ਕੋਈ ਆਸਾਨ ਕੰਮ ਨਹੀਂ ਸੀ। ਪਰ ਔਲਾਦ ਦੀ ਖਾਤਰ ਮੈਨੂੰ ਇਹ ਕੌੜਾ ਘੁੱਟ ਪੀਣਾ ਪਿਆ। ਸ਼ਾਇਦ ਅੱਲਾ ਨੂੰ ਮੇਰੀ ਇਹ ਨੇਕੀ ਹੀ ਪਸੰਦ ਆ ਜਾਵੇ। ਮੈਂ ਆਪਣੀ ਹਿੰਮਤ ਨੂੰ ਜਮ੍ਹਾਂ ਕਰਕੇ ਕਮਰੇ ਵਿੱਚ ਗਿਆ। ਉਸ ਵਕਤ ਤੱਕ ਸਲੀਮਾ ਸੋ ਚੁੱਕੀ ਸੀ। ਉਹ ਬਹੁਤ ਹੀ ਘੱਟ ਉਮਰ ਦੀ ਸੀ। ਭਾਵੇਂ ਮੈਂ 3 ਵਿਆਹ ਕਰਵਾ ਲਏ ਸਨ, ਪਰ ਤਿੰਨਾਂ ਵਿੱਚੋਂ ਕੋਈ ਵੀ ਘੱਟ ਉਮਰ ਦੀ ਨਹੀਂ ਸੀ। ਫਿਰ ਮੈਂ ਵੀ ਸੋ ਗਿਆ। ਸਵੇਰੇ ਜਦ ਮੇਰੀ ਅੱਖ ਖੁੱਲੀ ਤਾਂ ਸਲੀਮਾ ਮੇਰੇ ਵੱਲ ਬੜੀ ਹੈਰਾਨੀ ਨਾਲ ਦੇਖ ਰਹੀ ਸੀ। ਮੈਂ ਉੱਠ ਕੇ ਉਸ ਨੂੰ ਕਿਹਾ ਕਿ ਤੂੰ ਨਾਸ਼ਤਾ ਕਰ ਲੈ, ਕਿਉਂਕਿ ਉਸਨੇ ਰਾਤ ਨੂੰ ਵੀ ਕੁਝ ਠੀਕ ਤਰ੍ਹਾਂ ਨਾਲ ਨਹੀਂ ਖਾਧਾ ਸੀ। ਇਹ ਕਹਿ ਕੇ ਮੈਂ ਕਮਰੇ ਤੋਂ ਬਾਹਰ ਆ ਗਿਆ। ਕੁਝ ਦੇਰ ਬਾਅਦ ਸਲੀਮਾ ਵੀ ਬਾਹਰ ਆ ਗਈ। ਬਾਕੀ ਪਤਨੀਆਂ ਦੇ ਨਾਲ ਨਾਸ਼ਤਾ ਕੀਤਾ। ਮੇਰੀ ਆਦਤ ਸੀ ਕਿ ਮੈਂ ਬਾਰੀ-ਬਾਰੀ ਆਪਣੀਆਂ ਤਿੰਨਾਂ ਪਤਨੀਆਂ ਨੂੰ ਆਪਣੇ ਹੱਥ ਨਾਲ ਇੱਕ-ਇੱਕ ਨਿਵਾਲਾ ਜ਼ਰੂਰ ਖਿਲਾਉਂਦਾ ਸੀ। ਤਿੰਨਾਂ ਪਤਨੀਆਂ ਨਾਲ ਮੈਂ ਅੱਜ ਤੱਕ ਕੋਈ ਨਾਇਨਸਾਫੀ ਨਹੀਂ ਕੀਤੀ ਸੀ। ਥੋੜ੍ਹੇ ਦਿਨਾਂ ਤੱਕ ਮੈਂ ਸਲੀਮਾ ਨਾਲ ਕੋਈ ਵੀ ਰਿਸ਼ਤਾ ਕਾਇਮ ਨਹੀਂ ਕੀਤਾ ਸੀ। ਹਾਂ, ਉਸ ਨਾਲ ਚੰਗੀ ਤਰ੍ਹਾਂ ਗੱਲਬਾਤ ਜ਼ਰੂਰ ਕੀਤੀ ਸੀ। ਥੋੜ੍ਹੇ ਦਿਨ ਹੀ ਬੀਤੇ ਸਨ ਕਿ ਉਹ ਮੈਨੂੰ ਕਹਿਣ ਲੱਗੀ ਕਿ ਸਾਹਬ, ਮੈਨੂੰ ਇੱਕ ਗੱਲ ਦੱਸੋ, ਫਿਰ ਤੁਸੀਂ ਮੈਨੂੰ ਇੰਨੇ ਪੈਸੇ ਦੇ ਕੇ ਖਰੀਦਿਆ ਕਿਉਂ? ਇਹ ਗੱਲ ਉਸ ਦੇ ਮੂੰਹੋਂ ਸੁਣ ਕੇ ਮੈਂ ਹੈਰਾਨ ਸੀ। ਮੈਂ ਉਸ ਨੂੰ ਕਿਹਾ ਕਿ ਮੈਂ ਤੈਨੂੰ ਖਰੀਦਿਆ ਨਹੀਂ ਹੈ, ਸਗੋਂ ਤੇਰੇ ਨਾਲ ਨਿਗਾਹ ਕੀਤਾ ਹੈ। ਮੈਨੂੰ ਉਸ ਦੀ ਗੱਲ ਬੁਰੀ ਲੱਗੀ ਸੀ। ਉਹ ਕਹਿਣ ਲੱਗੀ, ਮੈਂ ਜਾਣਦੀ ਹਾਂ ਕਿ ਨਿਗਾਹ ਤੋਂ ਪਹਿਲਾਂ ਤੁਸੀਂ 1 ਕਰੋੜ ਦੀ ਰਕਮ ਅਦਾ ਕੀਤੀ ਹੈ। ਮੈਨੂੰ ਤਾਂ ਲੱਗਿਆ ਸੀ ਕਿ ਤੁਸੀਂ ਇੱਕ ਰਾਤ ਵੀ ਸਬਰ ਨਹੀਂ ਕਰੋਗੇ ਤੇ ਮੇਰੇ ਤੋਂ ਆਪਣੇ ਪੈਸੇ ਵਸੂਲਣ ਦੀ ਕੋਸ਼ਿਸ਼ ਕਰੋਗੇ। ਪਰ ਮੈਂ ਤਾਂ ਉਸ ਦੀ ਗੱਲ ਸੁਣ ਕੇ ਬਹੁਤ ਹੈਰਾਨ ਹੋ ਗਿਆ। ਮੈਨੂੰ ਉਸ ਦੀ ਗੱਲ ਤੇ ਗੁੱਸਾ ਆਉਣ ਲੱਗਿਆ। ਮੈਂ ਉਸ ਨੂੰ ਕਿਹਾ, ਵੀ ਤੂੰ ਮੇਰੀ ਬੀਵੀ ਹੈ, ਕੋਈ ਬਜ਼ਾਰੂ ਔਰਤ ਨਹੀਂ। ਅੱਗੇ ਤੋਂ ਅਜਿਹੀ ਗੱਲ ਨਾ ਕਰੀ। ਨਾ ਚਾਹੁੰਦੇ ਹੋਏ ਵੀ ਮੇਰੀ ਆਵਾਜ਼ ਥੋੜ੍ਹੀ ਤੇਜ਼ ਹੋ ਗਈ ਸੀ। ਮੈਨੂੰ ਗੁੱਸੇ ਵਿੱਚ ਦੇਖ ਕੇ ਉਹ ਕਹਿਣ ਲੱਗੀ ਕਿ ਸਾਹਬ, ਸਭ ਇਸ ਤਰ੍ਹਾਂ ਹੀ ਗੱਲ ਕਰਦੇ ਹਨ। ਮੈਂ ਤਾਂ ਜਦ ਤੋਂ ਹੋਸ਼ ਸੰਭਾਲਿਆ ਹੈ ਮਰਦ ਦੇ ਅਜਿਹੇ ਰੂਪ ਹੀ ਦੇਖੇ ਹਨ। ਨੋਚ ਖਾਣ ਵਾਲੀ ਜਵਾਨੀ ਨੂੰ ਖਾਕ ਵਿੱਚ ਮਿਲਾਉਣ ਵਾਲੇ ਭੁੱਖੇ ਕੁੱਤੇ। ਮੈਂ ਹੈਰਾਨ ਹਾਂ ਕਿ ਤੁਸੀਂ ਕਿਸ ਤਰ੍ਹਾਂ ਦੇ ਆਦਮੀ ਹੋ, ਜਿਸ ਨੇ ਮੇਰੀ ਐਡੀ ਵੱਡੀ ਰਕਮ ਅਦਾ ਕੀਤੀ ਹੋਵੇ ਪਰ ਪਹਿਲੀ ਰਾਤ ਮੈਨੂੰ ਸਕੂਨ ਦੀ ਸੌਣ ਦਿੱਤਾ। ਨਹੀਂ ਤਾਂ ਤੇਜ਼ ਬੁਖਾਰ ਵਿੱਚ ਵੀ ਮੈਨੂੰ ਕੋਈ ਬਖਸ਼ਦਾ ਨਹੀਂ ਸੀ। ਇਹੀ ਕਹਿੰਦੇ ਸਨ ਕਿ ਤੇਰੀ ਕੀਮਤ ਇਸ ਲਈ ਨਹੀਂ ਭਰੀ ਕਿ ਤੇਰੇ ਬੁਖਾਰ ਦਾ ਲਿਹਾਜ਼ ਕਰੀਏ। ਇਹ ਕਹਿੰਦੇ ਹੋਏ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਤਿਪ-ਤਿਪ ਕਰਕੇ ਡਿੱਗ ਰਹੇ ਸਨ। ਉਸ ਦੀ ਅਜਿਹੀ ਬੇਵਸੀ ਦੇਖ ਕੇ ਮੇਰੀਆਂ ਅੱਖਾਂ ਵਿੱਚ ਵੀ ਪਾਣੀ ਆ ਗਿਆ। ਉਸ ਨੇ ਕਿਹਾ, ਤੁਸੀਂ ਪਤਾ ਨਹੀਂ ਕਿਹੋ ਜਿਹੇ ਹੋ, ਸਭ ਤੋਂ ਅਲੱਗ ਹੋ। ਮੈਨੂੰ ਖਰੀਦ ਕੇ ਵੀ ਮੈਨੂੰ ਇਸਤੇਮਾਲ ਨਹੀਂ ਕੀਤਾ। ਮੈਂ ਕਿਹਾ, ਤੂੰ ਮੇਰੀ ਪਤਨੀ ਆ। ਅੱਲਾ ਨੇ ਪਤਨੀ ਦੇ ਨਾਲ ਨਰਮੀ ਦਾ ਮਾਮਲੇ ਦਾ ਹੁਕਮ ਦਿੱਤਾ ਹੈ ਤੇ ਤੂੰ ਤਾਂ ਹੈ ਵੀ ਘੱਟ ਉਮਰ ਦੀ ਨਾਜ਼ੁਕ ਜਿਹੀ। ਸਲੀਮਾ ਦੇ ਵਜੂਦ ਤੇ ਲੱਗੇ ਦਾਗ ਨੇ ਮੈਨੂੰ ਤੜਫਾ ਕੇ ਰੱਖ ਦਿੱਤਾ ਸੀ। ਉਸ 19 ਸਾਲ ਦੀ ਕੁੜੀ ਦੇ ਨਾਲ ਜਿਹੜੇ ਜ਼ੁਲਮ ਕੀਤੇ ਸਨ, ਜਾਨਵਰ ਸਨ ਉਹ ਲੋਕ। ਖੈਰ, ਵਕਤ ਦੇ ਨਾਲ-ਨਾਲ ਸਲੀਮਾ ਦੇ ਜ਼ਖਮ ਵੀ ਭਰਨ ਲੱਗੇ ਸਨ। ਉਹ ਕਹਿੰਦੀ ਕਿ ਸਾਹਬ, ਤੁਸੀਂ ਮੈਨੂੰ ਬੁਰੇ ਕੰਮਾਂ ਤੋਂ ਬਚਾ ਲਿਆ। ਉਹ ਮੇਰੇ ਕਰੈਕਟਰ ਅਤੇ ਮੁਹੱਬਤ ਵਿੱਚ ਕਾਫੀ ਘੁਲ ਮਿਲ ਗਈ ਸੀ। ਹੌਲੀ-ਹੌਲੀ ਉਸ ਦੀ ਬੋਲੀ ਵੀ ਠੀਕ ਹੋ ਗਈ ਸੀ। ਉਹ ਹੁਣ ਅਦਬ ਨਾਲ ਗੱਲ ਕਰਨ ਲੱਗੀ ਸੀ। ਵਿਆਹ ਤੋਂ ਕੁਝ ਮਹੀਨੇ ਬਾਅਦ ਹੀ ਮੈਨੂੰ ਉਹ ਖੁਸ਼ਖਬਰੀ ਮਿਲ ਗਈ ਸੀ ਜਿਸ ਦੇ ਲਈ ਮੈਂ ਬਹੁਤ ਦੇਰ ਤੋਂ ਪ੍ਰਾਰਥਨਾ ਕਰ ਰਿਹਾ ਸੀ। ਸਲੀਮਾ ਪ੍ਰੈਗਨੈਂਟ ਹੋ ਗਈ ਸੀ। ਮੈਨੂੰ ਤਾਂ ਆਪਣੇ ਕੰਨਾਂ 'ਤੇ ਯਕੀਨ ਹੀ ਨਹੀਂ ਹੋ ਰਿਹਾ ਸੀ।
ਮੈਂ ਰੋ ਰੋ ਕੇ ਅੱਲਾ ਦਾ ਸ਼ੁਕਰੀਆ ਅਦਾ ਕੀਤਾ। 9 ਮਹੀਨੇ ਤੱਕ ਮੈਂ ਸਲੀਮਾ ਦਾ ਬਹੁਤ ਖਿਆਲ ਰੱਖਿਆ, ਇੱਥੋਂ ਤੱਕ ਕਿ ਉਸ ਨੂੰ ਬਿਸਤਰ ਤੋਂ ਵੀ ਥੱਲੇ ਪੈਰ ਨਾ ਧਰਨ ਦਿੱਤਾ। ਪਰ ਜਦ ਡਿਲੀਵਰੀ ਦਾ ਟਾਈਮ ਆਇਆ ਤਾਂ ਮੈਂ ਲੇਬਰ ਰੂਮ ਦੇ ਬਾਹਰ ਬੜੀ ਹੀ ਬੇਚੈਨੀ ਦੇ ਨਾਲ ਚੱਕਰ ਕੱਟ ਰਿਹਾ ਸੀ। ਜਦ ਲੇਡੀ ਡਾਕਟਰ ਆਈ ਅਤੇ ਬਹੁਤ ਪਰੇਸ਼ਾਨ ਸੀ, ਉਸਨੇ ਮੈਨੂੰ ਕਿਹਾ ਕਿ ਤੁਹਾਡੀ ਪਤਨੀ ਦੀ ਹਾਲਤ ਠੀਕ ਨਹੀਂ ਹੈ, ਜਾਂ ਤਾਂ ਅਸੀਂ ਮਾਂ ਨੂੰ ਬਚਾ ਸਕਦੇ ਹਾਂ ਜਾਂ ਬੱਚੇ ਨੂੰ। ਇਹ ਸੁਣ ਕੇ ਮੇਰੇ ਤਾਂ ਹੋਸ਼ ਉੱਡ ਗਏ ਸਨ। ਮੈਨੂੰ ਇੰਨੇ ਸਾਲਾਂ ਬਾਅਦ ਔਲਾਦ ਦੀ ਖੁਸ਼ੀ ਮਿਲ ਰਹੀ ਸੀ, ਪਰ ਉਸ ਸਮੇਂ ਮੇਰੇ ਸਾਹਮਣੇ ਬਹੁਤ ਵੱਡੀ ਚੁਣੌਤੀ ਸੀ। ਉਸ ਸਮੇਂ ਮੇਰੀ ਹਾਲਤ ਕੀ ਸੀ ਤੇ ਕੀ ਹੋ ਸਕਦੀ ਹੈ, ਇਹ ਤਾਂ ਉਹੀ ਜਾਣਦਾ ਹੈ ਜਿਸ 'ਤੇ ਬੀਤਦੀ ਹੈ। ਮੈਂ ਆਪਣੀਆਂ ਅੱਖਾਂ ਬੰਦ ਕਰ ਲਈਆਂ ਤੇ ਕਿਹਾ, ਤੁਸੀਂ ਮਾਂ ਨੂੰ ਬਚਾਓ, ਬੱਚੇ ਦਾ ਅੱਲਾ ਮਾਲਕ ਹੈ। ਉਹ ਲੇਡੀ ਡਾਕਟਰ ਅੰਦਰ ਚਲੀ ਗਈ ਤੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ। ਬੇਸ਼ੱਕ ਮੇਰੀਆਂ 3 ਪਤਨੀਆਂ ਸਨ, ਪਰ ਮੈਂ ਆਪਣੇ ਸਵਾਰਥ ਲਈ ਕਿਸੇ ਦੀ ਜਾਨ ਲੈਣ ਬਾਰੇ ਸੋਚ ਵੀ ਨਹੀਂ ਸਕਦਾ ਸੀ। ਮੇਰੇ ਹੰਝੂ ਮੇਰੇ ਵੱਸ ਵਿੱਚ ਨਹੀਂ ਸਨ। ਕੁਝ ਦੇਰ ਬਾਅਦ ਲੇਡੀ ਡਾਕਟਰ ਆਈ। ਮੈਂ ਉਸ ਨੂੰ ਪੁੱਛਿਆ ਕਿ ਮੇਰੀ ਪਤਨੀ ਕਿਵੇਂ ਹੈ, ਤਾਂ ਉਸਨੇ ਕਿਹਾ ਕਿ ਤੁਹਾਡੀ ਪਤਨੀ ਅਤੇ ਬੱਚਾ ਦੋਨੇ ਹੀ ਠੀਕ ਹਨ। ਮਾਂ ਅਤੇ ਬੇਟਾ ਹੁਣ ਖਤਰੇ ਤੋਂ ਬਾਹਰ ਹਨ। ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਮੈਂ ਬਹੁਤ ਖੁਸ਼ ਸੀ ਜਦ ਨਰਸ ਨੇ ਮੇਰੇ ਕੰਬਦੇ ਹੱਥਾਂ ਵਿੱਚ ਮੇਰੇ ਬੇਟੇ ਨੂੰ ਫੜਾਇਆ। ਮੈਂ ਉਸ ਨੂੰ ਆਪਣੇ ਸੀਨੇ ਨਾਲ ਲਗਾ ਕੇ ਫੁੱਟ-ਫੁੱਟ ਕੇ ਰੋਣ ਲੱਗਿਆ। ਮੇਰੇ ਰੱਬ ਨੇ ਮੇਰੇ ਸਬਰ ਦਾ ਮੈਨੂੰ ਬਿਹਤਰੀਨ ਇਨਾਮ ਦਿੱਤਾ ਸੀ। ਤਾਂ ਦੋਸਤੋ, ਇਹ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ ਜੀ।